ਕੰਨ 'ਚੋਂ ਦਰਦ ਦੇ ਨਾਲ ਫਿਰ ਉਹ ਦਿਖਾਇਆ, ਉਹਨਾਂ ਨੇ ਦਵਾਈਆਂ ਸ਼ਵਾਈਆਂ ਦਿੱਤੀਆਂ ਨੇ ਤੇ ਉਹਦੇ ਨਾਲ ਹੋਰ ਵੱਧ ਗਿਆ। ਸ਼ਾਇਦ ਉਹਨਾਂ ਨੇ ਕੋਈ ਐਸੀ ਚੀਜ਼ ਦਿੱਤੀ ਹੈ। ਬਾਅਦ ਬਾਤ ਇਹ ਹੁੰਦਾ ਹੈ ਬੰਦੇ ਨੂੰ ਗੁੱਸਾ ਆਇਆ ਹੋਵੇ ਨਾ, ਗੁੱਸਾ ਆਇਆ ਹੋਵੇ ਅਤੇ ਤੁਸੀਂ ਉਹਦੀ ਜ਼ਰਾ ਕੋਈ ਮੁਖਾਲਫਤ ਕਰ ਦਿਓ ਅਤੇ ਉਹਦਾ ਹੋਰ ਤਪ ਪੈਂਦਾ। ਤੁਸੀਂ ਸਮਝਾਉਣ ਦਾ ਅੰਦਾਜ਼ ਤੁਹਾਡਾ ਜਿਹੜਾ ਨਾ ਗੁੱਸੇ ਵਾਲਾ ਹੋਵੇ ਜਾਂ ਉਹਦੀ ਫੇਵਰ ਨਹੀਂ ਬਲਕਿ ਉਹਨੂੰ ਜ਼ਰਾ ਕੋ ਥੋੜ੍ਹੀ ਜਿਹੀ ਮੁਖਾਲਫਤ ਉਹ ਹੋਰ ਤਪ ਪੈਂਦਾ। ਇੱਥੇ ਵੀ ਜਿਹੜਾ ਉਹਨਾਂ ਨੇ ਕੋਈ ਰੁਕਾਵਟ ਪਾਉਣ ਲਈ ਜਾਂ ਉਹਨਾਂ ਅਮੈਂਡ ਕਰਨ ਲਈ ਜਾਂ ਇਲਾਜ ਦੇ ਤੌਰ 'ਤੇ ਉਹਨਾਂ ਚੀਜ਼ ਦਿੱਤੀ, ਉਹਦੀ ਤਬੀਅਤ ਦੇ ਮੁਖਾਲਫ ਗਈ। ਇਹ ਜਿਹੜਾ ਕੈਂਸਰ ਸੀ ਇਹ ਲਾਹਮੀ ਸੀਗਾ, ਲਾਹਮੀਆਤ ਟਿਸ਼ੂ, ਮਸਕੂਲਰ ਟਿਸ਼ੂ ਜਿਹੜੇ ਨੇ ਉਹ ਵੱਧ ਗਏ, ਉਹਨਾਂ ਦੀ ਬੜੋਤਰੀ ਹੋ ਗਈ। ਅਤੇ ਕੈਂਸਰ ਉਹ ਹੀ ਹੈ ਜਾਂ ਗਿਲਟੀ ਤੁਹਾਡੀ ਰਸੌਲੀ ਤੁਹਾਡੀ ਉਹ ਹੋਵੇਗੀ ਜਿਹੜੇ ਟਿਸ਼ੂ ਨੇ ਉੱਥੇ ਗੈਰ ਤਬੀ ਤੌਰ 'ਤੇ ਨਮੂ ਪਾਉਣ ਲੱਗ ਪੈਣ, ਵਧਣ ਲੱਗ ਪੈਣ, ਪਰਵਰਿਸ਼ ਪਾਉਣ ਲੱਗ ਪੈਣ, ਗਰੋਥ ਕਰਨ ਲੱਗ ਪੈਣ। ਇਹ ਵੀ ਉਹਦੇ ਮਸਕੂਲਰ ਟਿਸ਼ੂ ਜਿਹੜੇ ਨੇ ਉਹਨਾਂ ਨੇ ਗਰੋਥ ਕਰ। ਪਹਿਲੋਂ ਕੰਨ 'ਚ ਹੋਈ, ਕੰਨ 'ਚੋਂ ਤਹਿਰੀਕ ਹੋਈ, ਉਹ ਤਹਿਰੀਕ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਉਹਨਾਂ ਉਹ ਨਹੀਂ ਰੁਕੀ। ਜਿਵੇਂ ਤੁਹਾਨੂੰ ਦੱਸੇ ਪਹਿਲੇ ਮਿਸਾਲ ਦਿੱਤੀ ਕਿ ਮੁਖਾਲਫਤ, ਤਬੀਅਤ ਨੇ ਹੋਰ ਜ਼ੋਰ ਮਾਰਿਆ, ਉਹਨੇ ਅਗਲੇ ਟਿਸ਼ੂ ਨੂੰ ਖਰਾਬ ਕਰਤਾ। ਉਹਦੇ ਨਾਲ ਦਿਮਾਗ ਦੇ ਵੀ, ਗੱਲ ਦੇ ਵੀ, ਇਹ ਤੁਹਾਡੀ ਉਤਲੀ ਜਿਹੜੀ ਬਾਚੀ ਇਹਦੇ ਅੰਦਰ ਵਾਲਾ ਜਿਹੜਾ ਗੋਸ਼ਤ ਸੀ ਉਹਦੇ 'ਚ ਨਮੂ ਹੋ ਗਈ। ਇੰਨੀ ਕੁ ਨਮੂ ਹੋਈ ਕਿ ਫੁਲਾ ਕੇ ਰੱਖ ਦਿੱਤਾ, ਸਾਰੀ ਫੁੱਲੀ ਪੀਸਦੀ। ਹੱਤਾਂ ਕਿ ਜ਼ਬਾਨ ਨੂੰ ਵੀ ਉਹਨੇ ਮੁਤਾਸਰ ਕੀਤਾ ਸੀ। ਫਿਰ ਉਹੀ ਮੁਆਦ ਨਿਕਲ ਕੇ ਤਾਂ ਨੱਕ 'ਚੋਂ ਆ ਰਿਹਾ ਸੀ, ਨੱਕ ਵਾਲਾ ਮੁਆਦ ਨਿਕਲ ਜਾਣਾ, ਫਸਿਆ ਸੀਗਾ। ਅਗਰ ਉਹ ਕਿਸੇ ਤਰ੍ਹਾਂ ਵਗ ਜਾਏ ਪੂਰਾ, ਹੁਣ ਵੀ ਤਾਂ ਸੀਰੀਅਸ ਹੀ ਨਾ, ਰਿਸਕ ਲੈਣਾ ਹੈ। ਇਸ ਤਰ੍ਹਾਂ ਵੀ ਉਹਨਾਂ ਦਾ ਜਵਾਬ ਦੇ ਛੜਿਆ, ਡਾਕਟਰ ਸਾਹਿਬਾਨ ਨੇ, ਤੇ ਜਵਾਬ ਦੇ ਛੜਿਆ। ਅਤੇ ਰਿਸਕ ਹੀ ਹੈਗਾ, ਉਹਨੂੰ ਵਗਾ ਦਿੱਤਾ ਜਾਏ, ਨਸ਼ਤਰ ਲਾ ਕੇ ਵਗਾ ਦਿੱਤਾ। ਜਦੋਂ ਵਗ ਜਾਏ ਉਹ ਘੱਟ ਹੋ ਜਾਣਾ, ਉਹਨੂੰ ਸੌਖਾ ਹੋ ਜਾਣਾ, ਸਾਹ ਵੀ ਸੌਖਾ ਹੋ ਪੈਣਾ। ਹੋ ਸਕਦਾ ਉਹ ਗੰਦਾ ਮੁਆਦ ਜਿਹੜਾ ਵਗ ਜਾਏ ਅਤੇ ਅੱਗੋਂ ਪਿੱਛੋਂ ਗਰੋਥ ਘੱਟ ਹੀ ਜਾਏ। ਕਿਤੇ ਵੀ ਮੁਆਦ ਜੇ ਗੰਦਾ ਹੋਵੇ ਨਾ, ਜਿਵੇਂ ਸਾਡੇ ਫੋੜਾ ਫਿਲਸੀ, ਅਗਰ ਉਹਨੂੰ ਵਗਾ ਦਿਓ ਤਾਂ ਫੋੜਾ ਛੇਤੀ ਠੀਕ ਹੋ ਪੈਂਦਾ। ਇਹ ਕਿਉਂਕਿ ਗੰਦੇ ਟਿਸ਼ੂ ਸਣਗੇ, ਇਹਦੇ ਤੋਂ ਇਹੋ ਹੀ ਲੱਗਦਾ ਕਿ ਸ਼ਾਇਦ ਨਾ ਠੀਕ ਹੋਣ। ਇਸ ਰਿਸਕ 'ਤੇ ਉਹਨਾਂ ਛੱਡ ਦਿੱਤਾ ਨਾ, ਇਹ ਰਿਸਕ ਨਹੀਂ ਲਿਆ ਉਹਨਾਂ ਨੇ। ਅਗਰ ਥੋੜ੍ਹਾ ਰਿਸਕ ਲਿਆ ਹੁਣ ਵੀ ਤਾਂ ਉਹਨੇ ਮੌਤ 'ਤੇ ਨਜ਼ਰ ਆਉਂਦੀ ਪਈ ਹੈ। ਵਾਲਦੈਨ ਨੂੰ ਪੁੱਛ ਕੇ ਉਹਨਾਂ ਨੇ ਰਿਸਕ ਲੈ ਕੇ ਅਤੇ ਉਹਦੇ 'ਤੇ ਨਸ਼ਤਰ ਲਗਾ ਦਿੱਤੇ। ਲੇਕਿਨ ਇਸ ਤਰ੍ਹਾਂ ਰਿਸਕ ਲੈਣਾ ਕੋਈ ਆਪਣੀ ਗੱਲ ਕੋਈ ਪਾਉਣਾ ਨਹੀਂ ਚਾਹੁੰਦਾ। ਵਾਲਦੈਨ ਉਹਨੀ ਹਿੰਮਤ ਕਰਕੇ ਅਤੇ ਕਹਿਣ ਜੀ ਜੋ ਕੁਝ ਵੀ ਹੋਏਗਾ ਤਾਂ ਅਸੀਂ ਤੁਹਾਨੂੰ ਇਜਾਜ਼ਤ ਹੈਗੀ, ਮਾਲਕ ਜ਼ਿੰਦਗੀ ਰੱਖੇ। ਨਸ਼ਤਰ ਲੱਗਣਾ ਚਾਹੀਦਾ ਕਿਉਂਕਿ ਭਰਿਆ ਪਿਆ ਸੀ ਉਹ। ਅਤੇ ਬੀਬੀ ਕਹਿੰਦੀ ਸੀ ਮੈਂ ਨੱਪਣੀ ਹੈ ਅਤੇ ਕੁਝ ਵਿੱਚੋਂ ਮੁਆਦ ਨਿਕਲ ਵੀ ਪੈਂਦਾ। ਹਾਂਜੀ, ਤਾਂ ਕੱਢ ਦੇਣਾ ਚਾਹੀਦਾ। ਅਸੀਂ ਹੁਣ ਚੀਜ਼ਾਂ ਕਿਹੜੀਆਂ ਦਿੱਤੀਆਂ? ਹਾਂ, ਅਸੀਂ ਹੁਣ ਭਗਾਉਣ ਵਾਲੀਆਂ ਚੀਜ਼ਾਂ ਦਿੱਤੀਆਂ, ਮੁਹੱਲਲ ਚੀਜ਼ਾਂ ਦਿੱਤੀਆਂ। ਇਹ ਸਮਝਿਆ ਕਿ ਵਰਮ ਜਿਹੜਾ ਹੈ ਨਾ ਆਪਣੀ ਇੰਤਹਾ 'ਤੇ ਪਹੁੰਚਿਆ ਸੀ। ਅਸੀਂ ਉਹਨੂੰ ਆਪਣੀ ਇੰਤਹਾ 'ਤੇ ਵਰਮ ਪਹੁੰਚਿਆ ਸੀ, ਤਾਂ ਉਹਨੂੰ ਤਹਿਲੀਲ ਕਰਨ ਦੀ ਕੋਸ਼ਿਸ਼ ਕੀਤੀ ਬੈਠੇ। ਅਗਰ ਇਹ ਹੁਣ ਵੀ ਆਪਣੇ ਯਾਨੀ ਵਗ ਜਾਂਦਾ ਹੈ ਤੇ ਉਮੀਦ ਹੈ ਹਾਂ ਠੀਕ ਬਿਹਤਰ ਹੋ ਸਕਦਾ। ਇਹ ਜਿਹੜੇ ਕੈਂਸਰ ਦਾ ਤੁਸੀਂ ਇੱਕ ਮਰੀਜ਼ ਦੇ ਬਾਰੇ 'ਚ ਗੱਲ ਕਰਨ ਦੇ, ਇਹ ਫੋੜਾ ਹੀ ਹੁੰਦਾ ਕੈਂਸਰ ਦਾ? ਜਿਵੇਂ ਪਹਿਲੇ ਉਹ ਰਤਗੜ ਕਹਿੰਦੇ ਹੁੰਦੇ ਸੀ, ਉਹ ਹੋਰ ਚੀਜ਼ ਹੈ। ਅੱਛਾ, ਉਹ ਉਸੇ ਟਾਈਪ ਦਾ ਹੀ ਹੈ, ਰਤਗੜ ਟਾਈਪ ਦਾ ਹੀ ਹੈ। ਉਹੀ ਵਿਗੜ ਕੇ ਅਗਰ ਉਹਦਾ ਇਲਾਜ ਗਲਤ ਹੋ ਜਾਏ ਤਾਂ ਉਸੇ ਨੇ ਉਹ ਕੈਂਸਰ ਬਣ। ਕੈਂਸਰ ਉਹ ਜ਼ਖਮ ਹੈ ਜਿਹੜਾ ਛੇਤੀ ਠੀਕ ਨਹੀਂ ਹੁੰਦਾ। ਖਬੀਸ ਫੋੜਾ ਆਏਗਾ, ਖਬੀਸ ਖਾ ਰਸੌਲੀ ਦੀ ਸ਼ਕਲ 'ਚ ਹੋਵੇ, ਖਾ ਫੋੜਾ ਹੋ ਪਏ, ਜ਼ਖਮ ਜਿਹੜਾ ਪੁਰਾਣਾ ਹੋ ਜਾਏ। ਖਾ ਰਸੌਲੀ ਐਸੀ ਹੈ ਜਿਹੜੀ ਅੱਗੇ ਵੀ ਵੱਧਦੀ ਪਈ। ਕਈ ਰਸੌਲੀਆਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਦੇ ਮਾਦਾ ਐਸਾ ਦਾ ਗੰਦਾ ਮਾਦਾ ਹੁੰਦਾ ਹੈ, ਜਿਵੇਂ ਸਾਡੇ ਗੰਦ ਕਿਤੇ ਪਿਆ ਹੋਵੇ ਨਾ, ਉਹਦਾ ਖਮੀਰ ਦੂਰ ਫਿਰ ਫੈਲ ਕੇ ਦੂਸਰਿਆਂ ਨੂੰ ਵੀ ਮੁਤਾਸਰ ਕਰਦਾ। ਇਸ ਤਰ੍ਹਾਂ ਦੂਸਰੇ ਟਿਸ਼ੂ ਵਿੱਚ ਫਸ ਜਾਂਦਾ ਹੈ। ਰਸੌਲੀ ਦੇ ਆਲੇ ਦੁਆਲੇ ਨਾ ਕੋਈ ਵੀ ਟਿਸ਼ੂ ਉਹਦੇ ਆਲੇ ਦੁਆਲੇ ਇੱਕ ਝਿੱਲੀ ਹੈ। ਰਸੌਲੀ ਦੇ ਆਲੇ ਦੁਆਲੇ ਵੀ ਇੱਕ ਝਿੱਲੀ ਹੁੰਦੀ ਹੈ ਜਿਹੜੀ ਉਹਨੂੰ ਕੰਟਰੋਲ ਰੱਖਦੀ, ਉੱਤੇ ਫੈਲਣ ਨਹੀਂ ਦਿੰਦੀ। ਕੁਛ ਮੁਆਦ ਉਹਨਾਂ ਦਾ ਐਸਾ ਹੁੰਦਾ ਉਹ ਝਿੱਲੀ ਨੂੰ ਫਾੜ ਕੇ ਦੂਸਰੇ ਸਰਾਇਤ ਕਰ ਜਾਂਦਾ ਹੈ।
ਨਾਲ ਦੇ ਟਿਸ਼ੂ ਨੂੰ ਮੁਤਾਸਰ, ਉੱਥੋਂ ਸਰਾਇਤ ਕੀਤਾ ਖੂਨ ਦੇ ਜ਼ਰੀਏ ਦੂਸਰਿਆਂ ਨੂੰ। ਤੁਹਾਡਾ ਕਾਨੂੰਨ ਮੁਫਰਦ ਅਜ਼ਲਾਤ ਜਿਹੜਾ ਵੀ ਜਿਹੜੇ ਅਜ਼ਲਾਤ ਦੇ ਵਿੱਚ ਹੈ ਨਾ, ਤੇ ਅਜ਼ਲਾਤ ਨੇ ਨਾ ਵੀ ਸਰਾਇਤ ਕਰੇ ਤਾਂ ਅਜ਼ਲਾਤ ਦੇ ਜ਼ਰੀਏ ਨਾਲ ਉਹਦੇ ਕਨੈਕਸ਼ਨ ਦੇ ਜ਼ਰੀਏ ਨਾਲ ਦੂਸਰੇ ਅਜ਼ਲਾਤ ਨੂੰ ਮੁਤਾਸਰ ਕਰਨਾ ਹੀ ਕਰਨਾ। ਅਗਰ ਉਹ ਅਸਾਬ ਦੇ ਵਿੱਚ ਤੇ ਉਹਨੇ ਅਸਾਬ ਨੂੰ ਮੁਤਾਸਰ ਕਰਨਾ, ਤੇ ਉੱਥੋਂ ਦੇ ਮਕਾਮੀ ਤੋਂ ਉਹਨੇ ਅਜ਼ਲਾਤ ਉਹਦੇ ਅਸਾਬ ਸਭ ਨੂੰ ਮੁਤਾਸਰ ਕਰਨਾ, ਲੇਕਿਨ ਉਹਦਾ ਦੂਰ ਅਸਰ ਜਿਹੜਾ ਹੈ ਉਸ ਟਿਸ਼ੂ ਦੇ ਵਿੱਚ ਖਾਸ ਕਰਕੇ ਜਾਣਾ ਜਿਸ ਟਿਸ਼ੂ ਦੇ ਵਿੱਚ ਰਸੌਲੀ ਜਾਂ ਕੈਂਸਰ ਬਣਿਆ ਹੋਇਆ। ਅੱਛਾ ਹਕੀਮ ਸਾਹਿਬ, ਇੱਕ ਕਹਿੰਦੇ ਨੇ ਬਲੱਡ ਕੈਂਸਰ ਹੈ, ਕੋਈ ਕਹਿੰਦਾ ਹੈ ਕਿ ਜੀ ਮਤਲਬ ਜਿਸਮ ਦੇ ਕਿਸੇ ਹੋਰ ਹਿੱਸੇ ਅੰਤੜੀਆਂ ਦਾ ਕੈਂਸਰ ਹੋ ਜਾਂਦਾ ਹੈ। ਅੰਤੜੀਆਂ ਦਾ ਮਤਲਬ ਉਹ ਕੀ ਉਹਨੂੰ ਕਹਿੰਦੇ, ਉਹ ਤੁਹਾਡੀ ਆਪਣੀ ਲੈਂਗੁਏਜ। ਹਾਂਜੀ। ਲੇਕਿਨ ਇਹ ਵਿੱਚੋਂ ਬ੍ਰੇਨ ਹੈਮਰੇਜ ਜਾਂ ਇੰਜ ਦਾ ਉਹ ਵੀ ਕੋਈ ਕੈਂਸਰ ਦੀ ਕਹਿੰਦੇ ਨੇ ਕਿਸਮ ਹੈਗੀ ਜੀ, ਜਿਹੜੇ ਦਿਮਾਗ ਦੇ ਵਿੱਚ ਹੋ ਜਾਂਦਾ ਥੋੜਾ ਜਿਹਾ। ਹਾਂ, ਰਸੌਲੀ ਬਣ ਜਾਂਦੀ ਦਿਮਾਗ ਦੇ ਵਿੱਚ, ਟਿਊਮਰ ਬਣ ਜਾਂਦੀ। ਅੱਛਾ, ਇਹ ਫੋੜੇ ਹੀ ਹੁੰਦੇ ਨੇ ਜਿਹੜੇ ਅੰਦਰ ਹੀ ਹੁੰਦੇ ਨੇ ਜਿਸਮ ਦੇ? ਹਾਂਜੀ। ਤੇ ਇਹਨਾਂ ਨੂੰ ਮਤਲਬ ਕਿੱਦਾਂ ਰੋਕਿਆ ਜਾ ਸਕਦਾ? ਇਹਨਾਂ ਦਾ ਕੀ ਇਲਾਜ ਕੀ ਹੈਗਾ ਜਿਹੜੇ ਤਬਈ ਤੌਰ ਤੇ ਜਿਹੜਾ ਉਹਦਾ ਸਬਬ ਬਣਦਾ ਪਿਆ ਨਾ, ਮਸਲਨ ਦਿਮਾਗ ਦੀ ਰਸੌਲੀ ਬਣਦੀ ਪਈ, ਦਿਮਾਗ ਤੇ ਟਿਊਮਰ ਬਣਦੀ ਪਈ ਹੈ। ਕਈ ਲੋਕਾਂ ਦਾ ਤੇ ਜਜ਼ਬੇ ਹੁੰਦੇ ਨੇ ਐਸੇ ਜਿਹੜੇ ਉਹਨੂੰ ਠੋਕਰ ਲਾਉਂਦੇ ਰਹਿੰਦੇ ਨੇ। ਅਸਬਾਬ ਨੇ, ਅਸਬਾਬ ਤੋਂ ਬਗੈਰ ਕੋਈ ਚੀਜ਼ ਨਹੀਂ। ਕੋਈ ਜਜ਼ਬੇ ਹੁੰਦੇ ਨੇ ਜਿਹੜੇ ਖੂਨ ਦਾ ਦੌਰਾਨ ਇੱਧਰ ਹੀ ਰਹਿੰਦਾ, ਇੰਨਾ ਕੁ ਜ਼ਿਆਦਾ ਹੋ ਜਾਂਦਾ ਹੋਵੇਗਾ ਕਿ ਉੱਥੇ ਆਪਣੇ ਅੱਗੋਂ ਉਹਦਾ ਹੱਲ ਨਹੀਂ ਨਿਕਲਦਾ। ਖੂਨ ਦਾ ਦੌਰਾਨ ਉੱਥੇ ਗਿਆ ਤਾਂ ਉੱਥੇ ਹੀ ਰੁਕਿਆ ਹੋਇਆ, ਉੱਥੇ ਹੀ ਰੋਕ ਕੇ ਉਹਨੇ ਉੱਥੇ ਕਲਾਟ ਵੀ ਬਣਾ ਦੇਣੀ ਕਿ ਅੱਗੇ ਨਿਕਲਦਾ ਨਹੀਂ ਪਿਆ। ਉਹ ਕਲਾਟ ਨਹੀਂ ਬਣ ਕੇ ਉੱਥੇ ਬਹੁਤਾ ਸਾਰਾ ਜਮ੍ਹਾਂ ਹੋ ਕੇ ਕੋਈ ਰਸੌਲੀ ਨੁਮਾ ਵੀ ਬਣਾ ਸਕਦਾ। ਹੌਲੀ ਹੌਲੀ ਵੱਧਦਾ ਫਿਰ ਉਹ ਰਸੌਲੀ ਵੱਡੀ ਬਣ ਗਈ। ਇੱਥੇ ਹੁਣ ਨਾਜ਼ੁਕ ਅਜ਼ਾ ਨੇ ਜਿਹੜੇ ਸਾਡੇ ਅਸਬ ਨੂੰ ਸਾਰੀਆਂ 5 ਹਿੱਸਾਂ ਸਾਡੀਆਂ ਇੱਥੇ ਨੇਗੀਆਂ, ਇਹ ਉਹ ਹਿੱਸ ਨੂੰ ਉਹਨੇ ਮੁਤਾਸਰ ਕਰਨਾ, ਤੇ ਫਿਰ ਜਾਂ ਨਜ਼ਰ ਤੇ ਜਾਂ ਕੰਨਾਂ ਤੇ ਜਾਂ ਦੂਸਰੇ ਤੇ, ਜਾਂ ਫਿਰ ਉਹਨੇ ਦੂਸਰੇ ਹਿੱਸ ਪੈਦਾ ਕਰ ਸਰ ਦਰਦ ਸ਼ੁਰੂ ਹੋ ਪੈਣੀ, ਸਾਡੇ ਹੋਸ਼ ਵਾਸ ਜਿਹੜੇ ਖਰਾਬ ਹੋ ਪੈਣਗੇ। ਤੇ ਕਿਉਂ ਇਹ ਇੱਕ ਸਬਬ ਹੋਇਆ। ਦੂਸਰਾ ਗਿਜ਼ਾਵਾਂ ਵੀ ਐਸੀਆਂ ਖਾਧੀਆਂ ਜਾਣ ਜਿਹਦੇ ਨਾਲ ਉਹ ਬਣਦੇ ਰਹੋ, ਜਾਂ ਅਸੀਂ ਕਿਸੇ ਨਾਲ ਜ਼ਿਆਦਤੀ ਕਰਦੇ ਰਹਿੰਦੇ ਹੈਗੇ, ਸਦਾ ਦੇ ਤੌਰ 'ਤੇ ਵੀ ਆ ਜਾਂਦੀ। ਜੈਨੇਟਿਕਲੀ ਵੀ ਵਾਲਦੈਨ ਵੱਲੋਂ ਵੀ ਕੋਈ ਐਸੇ ਮਾਦੇ ਆ ਜਾਣ ਨੁਤਫੇ 'ਚ ਜਾਂ ਐਗ ਦੇ ਵਿੱਚ, ਉਹਦੇ ਵਿੱਚ ਵੀ ਇਸ ਤਰ੍ਹਾਂ ਉਹਦਾ ਰੁਝਾਨ ਇੱਧਰ ਹੋਵੇ। ਕੋਈ ਬੱਚੇ ਜਿਹੜੇ ਹੁੰਦੇ ਨੇ ਬੜੇ ਜੋਸ਼ ਜਜ਼ਬੇ ਵਾਲੇ, ਕਈਆਂ ਦਾ ਮੁਸਬਤ ਅੰਦਾਜ਼ ਨਾਲ ਜਜ਼ਬਾ ਹੁੰਦਾ ਅੱਗੇ ਵਧਣ ਦਾ, ਕਈਆਂ ਦਾ ਹੁੰਦਾ ਮਾਰ ਧਾੜ ਦਾ, ਕਈਆਂ ਦੇ ਇਹਨੇ ਉਹਨੇ ਆਪਣੀਆਂ ਟੱਕਰਾਂ ਮਾਰਨ ਲੱਗ ਪੈਂਦੇ। ਇਹ ਕੀ ਹੋਣੇ? ਇਹ ਵਿਰਾਸਤ ਵਿੱਚੋਂ ਹੀ ਬੇਟੇ ਆਇਆ। ਕੁਛ ਮਾਹੌਲ ਨੇ ਵੀ ਦੇ ਦੇਣਾ, ਅਗਰ ਉਹ ਐਸੀ ਸੁਸਾਇਟੀ ਵਿੱਚ ਰਹਿੰਦਾ ਵੇਖਦਾ ਤਾਂ ਉਸ ਤਰ੍ਹਾਂ ਹੀ ਉਹ ਵੀ ਕਰਨ ਲੱਗ ਪਿਆ। ਲੇਕਿਨ ਉਹਦੇ ਪਿੱਛੋਂ ਜੋਹਰ ਜਿਹੜਾ ਆਇਆ ਹੋਵੇਗਾ, ਉਹ ਜੋਹਰ ਦੇ ਵੀ ਅਸਰਾਤ ਤੇ ਟਿਊਮਰ ਦੇ ਵੀ ਇਸ ਤਰ੍ਹਾਂ ਪਿੱਛੋਂ ਵਿਰਾਸਤ ਵਿੱਚੋਂ ਵੀ ਕੋਈ ਟਿਊਮਰ ਇਸ ਤਰ੍ਹਾਂ ਆ ਸਕਦੀ ਜਿਹਦਾ ਉਧਰਲੇ ਪਾਸੇ ਅਸਰ ਹੋ ਗਿਆ। ਜਜ਼ਬਿਆਂ ਨਾਲ, ਖਾਣ ਪੀਣ ਨਾਲ, ਮਾਹੌਲ ਨਾਲ, ਫਿਰ ਵਿਰਾਸਤ ਨਾਲ। ਇਹਨਾਂ ਨੂੰ ਹੁਣ ਦੂਰ ਕਿਵੇਂ ਕਰਨਾ ਹੈਗਾ? ਉਹ ਸਬਬ ਜਿਹੜਾ ਹੈ ਨਾ, ਉਹਨੂੰ ਪਹਿਲਾਂ ਉਹ ਲੱਭਣਾ ਹੈ, ਲੱਭ ਕੇ ਤੁਹਾਨੂੰ ਦੂਰ ਕਰਨਾ, ਫਿਰ ਉਹ ਤਾਂ ਕਿ ਤਹਿਰੀਕ ਰੁਕ ਜਾਏ। ਉਧਰ ਹੁਣ ਤਹਿਰੀਕ ਨਹੀਂ ਜਾਏਗੀ, ਉਧਰ ਪ੍ਰੈਸ਼ਰ ਨਹੀਂ ਬਣੇਗਾ। ਆਸਤਾ ਆਸਤਾ ਜਿਵੇਂ ਮੁਆਦ ਉੱਥੇ ਜਮ੍ਹਾਂ ਹੋਇਆ ਸੀ ਉਹ ਪਿੱਛੇ ਆਏਗਾ। ਜਿਹੜੀ ਵਕਤੀ ਤਕਲੀਫ ਹੈ ਅੱਜ ਕੱਲ੍ਹ, ਉਹਦੇ ਵਾਸਤੇ ਤੇ ਪੇਨ ਕਿਲਰ ਆ ਗਏ ਨੇ। ਡਾਕਟਰ ਸਾਹਿਬਾਨ ਕੋ ਪੇਨ ਕਿਲਰ, ਸਾਡੇ ਕੋਲ ਵੀ ਪੇਨ ਕਿਲਰ ਸਨ। ਜਿੰਨੇ ਵੀ ਪੇਨ ਕਿਲਰ ਨੇ ਸਭ ਦੇ ਵਿੱਚ ਓਪੀਅਮ ਪੈਂਦੀ ਹੈ। ਓਪੀਅਮ ਦੀ ਕੋਈ ਵੀ ਕਿਸਮ ਹੋ ਜਾਏ, ਓਪੀਅਮ ਨੂੰ ਸਮਝਦੇ ਨਾ, ਅਫੀਊਨ, ਹਾਂਜੀ, ਉਹਦੀ ਕੋਈ ਵੀ ਕਿਸਮ ਪਿਓਰੀਫਾਈ ਕਿਸਮ ਆ ਜਾਏ। ਹੈਰੋਨ ਵੀ ਉਹਦੀ ਕਿਸਮ ਹੈ, ਮਾਰਫੀਨ ਵੀ ਉਹਦੀ ਕਿਸਮ ਹੈ, ਪਿਓਰ ਕੀਤੀਆਂ ਹੋਈਆਂ। ਜਿੰਨੀ ਉਹਨੂੰ ਖਾਲਸ ਬਣਾਇਆ ਹੋਏਗਾ ਉਨੀ ਉਹ ਜ਼ਿਆਦਾ ਮੌਸਰ ਹੈ, ਉਹਦੀ ਥੋੜ੍ਹੀ ਮਿਕਦਾਰ ਵੀ ਜ਼ਿਆਦਾ ਤੇਜ਼ੀ ਨਾਲ ਅਸਰ ਕਰਦੀ ਹੈ। ਇਹਦੇ ਪੇਨ ਕਿਲਰ, ਲੇਕਿਨ ਇਹ ਉਹਦਾ ਇਲਾਜ ਨਹੀਂ ਹੈਗਾ। ਇਹਦੇ ਤੋਂ ਹਟ ਕੇ ਵੀ ਫਿਰ ਅੱਜ ਕੱਲ੍ਹ ਕੀਮੋ ਆਈ ਪਈ ਹੈ। ਕੀਮੋ ਦੇ ਨਾਲ ਉਹਨੂੰ ਉੱਥੇ ਸਵਾ ਦਿੰਦੇ ਨੇ। ਉਹ ਇੰਤਹਾਈ ਇਲਾਜ ਇਹਨਾਂ ਕੋਲ, ਆਖਰੀ ਇਲਾਜ। ਉਹ ਵੀ ਇਲਾਜ ਨਹੀਂ ਹੈਗਾ, ਰਿਲੀਫ ਹੈ, ਸਿਰਫ ਪੇਨ ਨੂੰ ਹਟਾਉਣਾ ਹੈ। ਪੇਨ ਕਿਲਰ ਹੀ ਉਹ ਵੀ, ਉਹਨੇ ਵੀ ਸੁੰਨ ਕਰ ਦੇਣਾ।
ਇਲਾਜ ਜਿਹੜਾ ਹੈ ਇੱਥੇ ਹੁਣ ਪਚੀਦਾ ਹੈ, ਮਰਜ਼ ਪਚੀਦਾ, ਮਕਾਮ ਵੀ ਪਚੀਦਾ, ਇੱਥੇ ਰਾਸਤਾ ਹੀ ਨਹੀਂ ਹੈਗਾ ਕਿਸੇ ਪਾਸੇ ਨਿਕਲੇ। ਇੱਥੇ ਅਸਲ ਉਹ ਸਬੱਬ ਨੂੰ ਦੂਰ ਕਰਨਾ। ਦੂਸਰੇ ਨੰਬਰ ਤੇ ਵਕਤੀ ਰਿਲੀਫ ਵਾਸਤੇ ਇਸ ਤਰ੍ਹਾਂ ਤੁਸੀਂ ਇਹ ਪੇਨ ਕਿਲਰ ਤੋਂ ਕੋਈ ਮਦਦ ਲੈ ਸਕਦੇ। ਜ਼ਾਹਰੀ ਤੌਰ ਤੇ ਵੀ ਇੱਥੇ ਕੋਈ ਮੁਸੱਕਣ ਚੀਜ਼ ਲਾ ਸਕਦੇ, ਮਸਲ ਕੋਕਨਾਰ ਨੇ ਕੁੱਟ ਕੇ ਤੇ ਉਹਦਾ ਲੇਪ ਕਰ ਸਕਦੇ ਜੀ ਵਕਤੀ ਤੌਰ ਤੇ ਸਾਡੀ ਤਿੱਬ ਵਿੱਚ। ਤੇ ਬਰੀਕੀਆਂ ਵਿੱਚ ਜਾਣਾ ਹੋਵੇ ਤੇ ਐਲੋਪੈਥ ਦੀ ਫਿਰ ਕੋਈ ਪੇਨ ਕਿਲਰ ਲੈਣਾ। ਬਾਕੀ ਸਬੱਬ ਨੂੰ ਦੂਰ ਕਰਨਾ ਹੈ, ਔਰ ਸਬੱਬ ਦੇ ਨਾਲ ਅਸੀਂ ਐਸੀਆਂ ਚੀਜ਼ਾਂ ਜਿਹੜੀਆਂ ਜਿਹਦੇ ਨਾਲ ਤਹਿਲੀਲ ਹੋਵੇ। ਸਾਡੇ ਵਿੱਚ ਇਹ ਕਾਨੂੰਨ ਹੈਗਾ, ਕਾਨੂੰਨ ਤਿੱਬ ਹੈਗਾ ਕਿ ਖੂਨ ਦਾ ਦੌਰਾਨ ਇੱਕ ਤਰਤੀਬ ਨਾਲ ਚੱਲਦਾ ਹੈ। ਜਿਸ ਤਰ੍ਹਾਂ ਸੂਰਜ ਮਸ਼ਰਕੋਂ ਨਿਕਲ ਕੇ ਮਗਰਬ ਜਾਂਦਾ ਪਿਆ ਨਾ, ਇੱਕ ਤਰਤੀਬ ਨਾਲ ਜਾ ਰਿਹਾ, ਰੋਜ਼ ਦਾ ਸਰਕਲ ਹੈ। ਇਸੇ ਤਰ੍ਹਾਂ ਜਿਸਮ ਦੇ ਵਿੱਚ ਖੂਨ ਵੀ ਦਿਲ ਤੋਂ ਨਿਕਲਦਾ ਹੈ, ਅਜ਼ਲਾਤ ਤੋਂ ਨਿਕਲਦਾ ਹੈ, ਗੁਦਦ ਵਾਲੇ ਪਾਸੇ ਜਾਂਦਾ ਹੈ, ਗੁਦਦ ਤੋਂ ਘੁੰਮਦਾ ਆ, ਫਿਰ ਅਸਾਬ ਵਾਲੇ ਪਾਸੇ ਜਾਂਦਾ, ਅਸਾਬ ਤੋਂ ਫਿਰ ਦਿਲ ਵਾਲੇ ਪਾਸੇ ਆਉਂਦਾ। ਸਾਰੇ ਜਿਸਮ 'ਚ ਸਪਲਾਈ ਕਰੀ ਆ ਰਿਹਾ। ਇਹ ਨਿਜ਼ਾਮ ਜਿੱਥੇ ਅੜ ਗਿਆ ਉੱਥੇ ਖਰਾਬੀ ਹੈ। ਇੱਥੇ ਵੀ ਦਿਮਾਗ ਵਿੱਚ ਜਿੱਥੇ ਅੜਿਆ ਉੱਥੇ ਰਸੌਲੀ ਬਣ ਗਈ, ਜਾਂ ਜਿੱਥੇ ਹੋਰ ਬਣਿਆ ਉੱਥੇ ਰਸੌਲੀ ਬਣ ਗਈ, ਜਾਂ ਕੋਈ ਰੁਕਾਵਟ ਆਈ ਉੱਥੇ ਮਰਜ਼ ਪੈਦਾ ਹੋ ਗਿਆ। ਖਾ ਫੋੜਾ ਫਿੰਸੀ ਬਣੇ, ਜਾਂ ਕੋਈ ਹੋਰ ਰੁਕਾਵਟ ਆ ਲਈ, ਜਾਂ ਦਰਦ ਹੋ ਜਾਏ, ਜਾਂ ਸੁੰਨਪਨ ਹੋ ਜਾਏ, ਕੋਈ ਵੀ ਕੈਫੀਅਤ ਆ ਸਕਦੀ। ਇਸੇ ਹੁਣ ਇੱਥੇ ਤੋੜਨ ਵਾਸਤੇ ਅਸੀਂ ਉਹ ਵੇਖਣਾ ਖੂਨ ਨੂੰ, ਇੱਥੇ ਦਿਮਾਗ ਨੂੰ ਜਿਹੜਾ ਪਹੁੰਚਾਉਣਾ ਖੂਨ, ਉਹ ਕਿਸ ਤਰ੍ਹਾਂ ਦੀ ਦਵਾਈ ਜਿਹੜੀ ਦਿੱਤੀ ਜਾਏ, ਉਹ ਨਵਈਅਤ ਪਛਾਣ ਕੇ ਤਸ਼ਖੀਸ ਕਰਕੇ ਫਿਰ ਉਹੋ ਜਿਹੀ ਦਵਾਈ ਜਾਂ ਉਹੋ ਜਿਹਾ ਹਰਬਾ ਇਖਤਿਆਰ ਕੀਤਾ ਜਾਂਦਾ। ਖਾਓ ਜ਼ਾਹਰੀ ਤੌਰ 'ਤੇ ਗਰਮ ਕੱਪੜਿਆਂ ਨਾਲ ਗਰਮੀ ਨਾ ਹੋ ਜਾਏ, ਖਾਓ ਦਵਾਈ ਨਾਲ ਗਰਮੀ ਪਹੁੰਚਾਈ ਜਾਏ। ਉਹ ਰੁਕਾਵਟ ਟੁੱਟਣੀ ਗਰਮੀ ਨਾਲ, ਉਹਦਾ ਇਲਾਜ ਹਰਾਰਤ ਹੈ। ਹਰਾਰਤ ਕਿਸ ਕਿਸਮ ਦੀ ਹੋਣੀ ਚਾਹੀਦੀ ਹੈ? ਪਾਣੀ ਗਰਮ ਦੀ ਹਰਾਰਤ ਵੀ ਨਰਮ ਹਰਾਰਤ ਵੀ ਹੋ ਸਕਦੀ ਹੈ, ਉਸ ਤਰ੍ਹਾਂ ਸੇਕ ਦੀ ਹਰਾਰਤ ਵੀ ਹੋ ਸਕਦੀ ਹੈ। ਰੇਤ 'ਚ ਵੀ ਲੋਕੀ ਪਾਕ ਕਰ ਸਕਦੇ ਨੇ, ਵੈਸੇ ਵੀ ਅੱਗ ਸੁਕਾ ਸਕਦੇ ਨੇ। ਲੇਜ਼ਰ ਜਿਹੜੀਆਂ ਲਾਉਂਦੇ ਉਹ ਵੀ ਤੁਹਾਡੀ ਹਰਾਰਤ ਹੀ, ਲੇਜ਼ਰ ਲਾਉਂਦੇ ਨਾ ਉਹ ਵੀ ਲਤੀਫ ਤਰੀਨ ਹਰਾਰਤ ਹੈ ਜਿਹੜੀ ਉੱਥੇ ਪਹੁੰਚਦੀ। ਉਹ ਸੁੱਧਾ ਤੁਹਾਡਾ ਜਾਂ ਥ੍ਰੰਬੋਸ ਤੋੜ ਦਿੰਦੀ, ਪੱਥਰੀ ਤੋੜ ਦਿੰਦੀ ਹੈ। ਯਾਨੀ ਇਸੇ ਤਰ੍ਹਾਂ ਫਿਰ ਉੱਥੇ ਵੀ, ਲੇਕਿਨ ਉਹਦਾ ਰਾਸਤਾ ਵੀ ਤਾਂ ਹੋਵੇ ਨਿਕਲਣ ਦਾ। ਇੱਥੇ ਤਾਂ ਸ਼ਰੀਆਨਾਂ ਹੀ ਬਰੀਕ ਨੇ ਗੀਆਂ, ਰਾਸਤੇ ਹੀ ਬਰੀਕ ਨੇ, ਮਜਾਰੀ ਹੀ ਬਰੀਕ ਨੇ, ਲਤੀਫ ਨੇ। ਉਹਦਾ ਨਿਕਲਣਾ ਕਿੱਧਰ ਹੈ? ਹੁਣ ਉਹਦਾ ਪਿੱਛੋਂ ਸਬੱਬ ਦਾ ਕਿ ਉਹ ਤਹਿਰੀਕ ਨੂੰ ਰੋਕਣਾ ਤਾਂ ਕਿ ਉਹ ਮੁਆਦ ਫਿਰ ਆਸਤਾ ਆਸਤਾ ਆਪੇ ਹੀ ਨਿਕਲੇ। ਇਹ ਛੇਤੀ ਨਾਲ ਇਲਾਜ ਨਹੀਂ ਹੁੰਦਾ, ਦੇਰ ਤਲਬ ਹੁੰਦਾ ਹੈ। ਉਹਨੇ ਜਿਹਨੂੰ ਮਰੀਜ਼ ਜਿਹੜਾ ਹੈ ਉਹਨੂੰ ਵੀ ਜ਼ਰਾ ਸਬਰ ਚਾਹੀਦਾ ਹੈ। ਅਕਸਰ ਸਾਡੇ ਇਸ ਦੌਰ ਦੇ ਲੋਕ ਸਬਰ ਨਹੀਂ ਕਰਦੇ, ਬੇਸਬਰੇ ਨੇ, ਅਤੇ ਉਹ ਕਦੀ ਇੱਧਰ ਲੈ ਕੇ ਭੱਜ, ਕਦੀ ਇੱਧਰ ਲੈ ਕੇ ਭੱਜ, ਕੋਈ ਇੱਧਰ ਲੈ ਕੇ ਭੱਜ। ਸ਼ਕੂਕ ਕੁ ਸ਼ੁਬਾਤ 'ਚ ਪੈ ਰਹੇ, ਯਕੀਨ ਹੀ ਨਹੀਂ ਕਿਸੇ 'ਤੇ ਪੈਂਦਾ। ਅਤੇ ਜਾਣਨ ਵਾਲੇ ਬੰਦੇ, ਇਸ ਤਰ੍ਹਾਂ ਦੂਰ ਕਰਨ ਵਾਲੇ ਬੰਦੇ ਵੀ ਬਹੁਤ ਘੱਟ ਨੇ। ਅਤੇ ਫਿਰ ਯਕੀਨ ਕਰਨ ਵਾਲੇ ਤਾਂ ਸਮਝੋ ਆਟੇ 'ਚ ਨਮਕ ਦੇ ਬਰਾਬਰ ਹੈ। ਯਾਨੀ ਇਹਦਾ ਮਤਲਬ ਹੈ ਕਿ ਕੈਂਸਰ ਜਿਹੜਾ ਹੈ, ਆ ਜਿਹੜਾ ਬ੍ਰੇਨ ਕੋਈ ਵੀ ਹੋਵੇ, ਇਹ ਕਾਬਲੇ ਇਲਾਜ ਹੈ, ਲੇਕਿਨ ਮੁਸ਼ਕਲ ਉਸਰੁਲ ਇਲਾਜ, ਉਸਰੁਲ ਇਲਾਜ, ਮੁਸ਼ਕਲ ਇਲਾਜ ਹੁੰਦਾ ਹੈ। ਇਲਾਜ ਮਰੀਜ਼ ਤੇ ਠਹਿਰੇ। ਨਾਲੇ ਜਦੀਦ ਦੌਰ ਦੇ ਵਿੱਚ ਕਈ ਸਹੂਲਤਾਂ ਨੇ, ਉਹਨਾਂ ਤੁਹਾਡੀ ਗੱਲ ਦੇ ਉੱਤੇ ਠਹਿਰਨ ਹੀ ਨਹੀਂ ਦੇਣਾ ਕਿਸੇ ਨੂੰ। ਅੱਜ ਸਵੇਰੇ ਬੰਦਾ ਆਏ ਨਾ, ਬੰਦੇ ਨਹੀਂ ਠਹਿਰਨ ਦਿੰਦੇ ਜੀ। ਕੋਈ ਇੱਧਰੋਂ ਆਇਆ ਜੀ, ਤੁਸੀਂ ਕਿੱਥੇ ਲੱਗੇ ਹੋਏ ਜੀ? ਬੰਦਾ ਮਰਨ ਡਿਆ ਤੇ ਤੁਸੀਂ ਇਹਨੂੰ ਹਸਪੀਟਲ ਕਿਉਂ ਨਹੀਂ ਜਾਂਦੇ, ਇੱਧਰ ਕਿਉਂ ਨਹੀਂ ਜਾਂਦੇ? ਹਾਲਾਂਕਿ ਉਹ ਅੱਗੇ ਨੂੰ ਠੀਕ ਹੋਇਆ ਹੈ, ਕਿੰਨਾ ਠੀਕ ਹੈ। ਸਾਡੇ ਕੋਲ 2 ਮਹੀਨੇ ਪਹਿਲੋਂ ਆਇਆ, ਉਦੋਂ ਵੀ ਅਸੀਂ ਤਸ਼ਖੀਸ ਇਹੋ ਹੀ ਕੀਤੀ, ਤੇ ਯਰਕਾਨ ਸੀ ਦੇ ਵਿੱਚ ਜਾਣਾ ਪਿਆ। ਹੈਪਾਟਾਈਟਸ ਤੇਰੇ ਜਿਗਰ ਜਿਹੜਾ ਸਖਤ ਹੋ ਰਿਹਾ, ਇਹ ਸੀ ਤੇ ਵਾਇਰਸ ਨੂੰ ਕਹਿੰਦੇ ਪਏ ਨਾ, ਅਸੀਂ ਕਹਿੰਦੇ ਹਾਂ ਜਿਗਰ ਤੇਰਾ ਸਖਤ ਹੋ ਰਿਹਾ, ਉਹਦੀ ਹਰਾਰਤ ਉੱਠਦੀ ਪਈ ਹੈ, ਯਰਕਾਨ 'ਚ ਜਾਣਾ ਪਿਆ। ਪਿੱਤਾ ਤੇਰਾ ਜਾਮ ਆਪਣਾ ਪਤਲੀ ਬਣ ਪੈ ਗਈ, ਜਾਂ ਉੱਦਾਂ ਵੈਸੇ। ਅਤੇ ਉਦੋਂ ਭੱਜਾ ਫਿਰਿਆ, ਕਦੀ ਕਿੱਧਰ ਕਦੀ ਕਿੱਧਰ। ਤੁਸੀਂ ਕਿਹਾ ਸੀ ਜੀ ਆਰਾਮ ਕਰੋ ਅਤੇ ਇਹ ਚੀਜ਼ਾਂ ਖਾਓ, ਸਾਡੇ ਕੋਲ ਆਰਾਮ ਤਾਂ ਹੁੰਦਾ ਨਹੀਂ, ਅਸੀਂ ਰੋਟੀ ਕਮਾਉਣੀ ਹੈ। ਅਤੇ ਹੁਣ ਜਿਹੜਾ ਹੁਣ ਬੈਠਾ ਸਾਰਾ ਹੀ ਘਰ, ਸਾਰਿਆਂ ਨੂੰ ਘਰਦਿਆਂ ਨੂੰ ਵੀ ਵਕਤ ਪਾਇਆ ਹੈ। ਯਾਨੀ ਵਕਤ ਨਾਲ ਬੰਦਾ ਜਿਹੜਾ ਹੈ ਨਾ ਉਹ ਨਹੀਂ ਸੰਭਲਦਾ। ਹੁਣ ਵੀ ਉਹ ਕਰੇ, ਅਤੇ ਹੁਣ ਵੀ ਉਹ ਬਿਹਤਰ ਹੋਇਆ ਹੈ। ਅਤੇ ਉਹਦੇ ਘਰ ਦੇ ਕਹਿੰਦੇ ਨੇ ਜੀ, ਸਾਨੂੰ ਲੋਕੀ ਆਣ ਕੇ ਕਹਿੰਦੇ ਰਿਸ਼ਤੇਦਾਰ, ਕਿ ਤੁਸੀਂ ਇਹਨੂੰ ਕਿਉਂ ਇੱਥੇ ਘਰ ਪਾਇਆ? ਹਾਲਾਂਕਿ ਉਹ ਬਿਹਤਰ ਹੀ। ਉਦੋਂ ਤੁਸੀਂ ਵੇਖੋ ਤਾਂ ਕਿਵੇਂ ਸੀ, ਉਹ ਔਖਾ ਹੋਣ ਡਿਆ, ਬੇਚੈਨ ਸੀਗਾ। ਅਤੇ ਉਹ ਅਜੇ ਵੀ ਉਹ ਦੂਸਰਾ ਬੰਦਾ ਜਿਹੜਾ ਆਇਆ, ਉਹ ਕਹਿੰਦਾ ਨਹੀਂ ਜੀ ਬੜੀ ਤਕਲੀਫ ਰਹਿੰਦੀ ਹੈਗੀ। ਵੀ ਤਕਲੀਫ ਹੁਣ ਇੱਕਦਮ ਤਾਂ ਸਾਰੀ ਨਹੀਂ ਜਾਣ ਲੱਗੀ ਨਾ, ਉਹਨੂੰ ਵਕਤ ਲੱਗਣਾ। ਪੇਨ ਕਿਲਰ ਅਸੀਂ ਨਹੀਂ ਦਿੰਦੇ ਹੈਗੇ, ਅਸੀਂ ਪੇਨ ਕਿਲਰ ਦੇ ਵੈਸੇ ਹੀ, ਅਸੀਂ ਇਹ ਹਰਾਮ ਚੀਜ਼ਾਂ ਦੇ ਵੈਸੇ ਹੀ ਆਪਣੀ ਮਤਲਬ ਤੋਂ ਜਿਹੜੇ ਨਾ ਅਵਾਇਡ ਕਰਦੇ।